ਕੰਜ਼ਰਵੇਟਿਵ ਦਾ ਤੀਜਾ ਰੋਜ਼ਾ इजलास होया शुरू। कंजरवेटिव पार्टी के वलों क्वेबेक सिटी दे विच अपना तीजा रोज़ा किया जा रहा है। पहले दिन ही शुरुआत कंजरवेटिव आगू पलेयर दे वलों जस्टिन ट्रूडो के खिलाफ भाषण दे के की गई। पलेवर दे वलों दोष लगाया गया कि ट्रूडो के 8 साल सत्ता विच रहण दे कारण ही कॉस्ट ऑफ हाउसिंग दीयां कीमतां, जुर्म, नशियां अते अर्थव्यवस्था विच वाधा होया है। अगे उन्होंने आख्या कि ट्रूडो चाहते हैं कि असी अपनी अतीत मिटा दईए, अपने भविख नूं रद्द कर दईए अते देश विच इस समय फैल रहे अन्याय वाले माहौल विच दब के घुट के मर जाइए। उन्होंने आख्या कि दूजे पासे कंजरवेटिव कमान शख्स दे नाल प्लान लिया रहे हैं, पर ਇਹ ਇੱਕ ਵਾਰੀ ਫਿਰ ਦੇਸ਼ ਦੁਨੀਆ ਦੇ ਵਿੱਚ ਆਜ਼ਾਦ ਮੁਲਕ ਦਾ ਦਰਜਾ ਹਾਸਿਲ ਕਰ ਸਕੇਗਾ। ਇਹ ਇਜਲਾਸ 3 ਦਿਨਾਂ ਚੱਲੇਗਾ, ਜਿੱਥੇ ਪਾਲਿਸੀ ਬਾਰੇ ਬਹਿਸ ਹੋਵੇਗੀ, ਹੋਰਨਾਂ ਬੁਲਾਰਿਆਂ ਦੇ ਵਿਚਾਰ ਸੁਣੇ ਜਾਣਗੇ। ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਲੋਗੋ ਦਾ ਖੁਲਾਸਾ ਵੀ ਕੀਤਾ। ਹੁਣ ਇਹ ਲੋਗੋ ਕੰਜ਼ਰਵੇਟਿਵ ਦੀ ਸੀ ਦੀ ਥਾਂ ਮੈਪਲ ਲੀਫ ਦਾ ਹੋਵੇਗਾ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਵਿਆਜ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਬੈਂਕ ਆਫ ਕੈਨੇਡਾ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀਰਵਾਰ ਨੂੰ ਆਖਿਆ ਕਿ ਲੰਬੇ ਸਮੇਂ ਤੋਂ ਮਹਿੰਗਾਈ ਜ਼ਿਆਦਾ ਰਹਿਣ ਦੇ ਕਾਰਨ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਹੋਰ ਨਾ ਵਾਧਾ ਕਰਨਾ ਪੈ ਸਕਦਾ ਹੈ। ਸੈਂਟਰਲ ਬੈਂਕ ਦੇ ਵੱਲੋਂ ਆਪਣੀ ਵਿਆਜ ਦਰ ਸਥਿਰ ਰੱਖਣ ਦੇ ਕੀਤੇ ਗਏ ਐਲਾਨ ਤੋਂ ਇੱਕ ਦਿਨ ਬਾਅਦ ਕੈਲਗਰੀ ਦੇ ਚੈਂਬਰ ਆਫ ਕਾਮਰਸ ਦੇ ਵਿੱਚ ਭਾਸ਼ਣ ਦਿੰਦਿਆਂ ਉਹਨਾਂ ਨੇ ਆਖਿਆ ਕਿ ਸਟੈਟਿਕਸ ਕੈਨੇਡਾ ਦੇ ਵੱਲੋਂ ਪਿਛਲੇ ਹਫ਼ਤੇ ਇਹ ਰਿਪੋਰਟ ਕੀਤੀ ਗਈ ਸੀ ਕਿ ਦੂਜੀ ਛਮਾਹੀ ਵਿੱਚ ਅਰਥਚਾਰਾ ਸੁੰਗੜਿਆ ਹੋਇਆ ਹੈ, ਜਦਕਿ ਬੇਰੁਜ਼ਗਾਰੀ ਦਰ ਪਿਛਲੇ 3 ਮਹੀਨਿਆਂ ਤੋਂ ਵੱਧਦੀ ਜਾ ਰਹੀ है। मैकलम ने वीरवार ਨੂੰ ਆਖਿਆ ਕਿ ਸੈਂਟਰਲ ਬੈਂਕ ਦੀ ਗਵਰਨਿੰਗ ਕਾਉਂਸਲ ਨੇ ਵੀ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ। ਵਿਆਜ ਦਰਾਂ ਦੇ ਵਿੱਚ ਹੋਰ ਵਾਧਾ ਕੀਤਾ ਜਾਣਾ ਚਾਹੀਦਾ ਹੈ। ਜੁਲਾਈ ਵਿੱਚ ਕੈਨੇਡਾ ਦੇ ਵਿੱਚ ਮਹਿੰਗਾਈ ਦਰ 3.3% ਸੀ, ਪਰ ਬੈਂਕ ਆਫ ਕੈਨੇਡਾ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਦੇ ਵਿੱਚ ਵਾਧਾ ਹੋਵੇਗਾ, ਫਿਰ ਇਸ ਦੇ ਵਿੱਚ ਗਿਰਾਵਟ ਆਵੇਗੀ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਜਨਤਕ ਜਾਂਚ ਵਾਸਤੇ ਫੈਡਰਲ ਸਰਕਾਰ ਨੂੰ ਲੱਭਿਆ ਜੱਜ। ਕਈ ਮਹੀਨਿਆਂ ਦੀ ਜਦੋਜਹਿਦ ਤੋਂ ਬਾਅਦ ਫੈਡਰਲ ਸਰਕਾਰ ਨੂੰ ਚੋਣਾਂ ਦੇ ਮਾਮਲੇ ਵਿੱਚ ਵਿਦੇਸ਼ੀ ਦਖਲ ਸੰਬੰਧੀ ਜਨਤਕ ਜਾਂਚ ਕਰਾਉਣ ਦੇ ਲਈ ਆਖਿਰਕਾਰ ਇੱਕ ਜੱਜ ਲੱਭ ਹੀ ਗਿਆ। ਸਰਕਾਰੀ ਸੂਤਰਾਂ ਦੇ ਅਨੁਸਾਰ ਕੁਬੇਕ ਕੋਰਟ ਆਫ ਅਪੀਲ ਦੀ ਜੱਜ ਮੈਰੀ ਜੋਸ਼ੀ ਹੌਗ ਇਸ ਜਾਂਚ ਦੀ ਅਗਵਾਈ ਕਰੇਗੀ। ਇਸੇ ਦੌਰਾਨ ਚੀਨ ਤੋਂ ਇਲਾਵਾ ਹੋਰਨਾਂ ਮੁਲਕਾਂ ਦੇ ਵਿੱਚ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਦੇ ਪੱਖ ਨੂੰ ਵੀ ਫਰੋਲਿਆ ਜਾਵੇਗਾ। ਪਬਲਿਕ ਸੇਫਟੀ, ਡੈਮੋਕ੍ਰੈਟਿਕ ਇੰਸਟੀਟਿਊਟਸ ਅਤੇ ਇੰਪਰੂਵਮੈਂਟ ਡਿਪਲੋਮੈਟਿਕ ਦੇ ਵੱਲੋਂ भी इस संबंधी नियमां ते लिमलाइट बारे जानकारी दी गई है। वीरवार नूं कीती जा रही इस प्रैस ब्रीफिंग दे विच यह फैसला भी किया गया है कि कई महीनों तक विरोधी धरां ते कुछ नैशनल सिक्योरिटी स्कैंडल्स दे वल्लों जांच कराउण दे लई कीती जा रही मंग तो बाद यह नतीजा सामने आया है कि जिक्रयोग है 2019 तो 2021 ਦੀਆਂ ਫੈਡਰਲ ਚੋਣਾਂ ਦੇ ਦਰਮਿਆਨ ਚੀਨ ਦੇ ਵੱਲੋਂ ਦਖਲਅੰਦਾਜ਼ੀ ਕਰਨ ਦੇ ਮਾਮਲੇ ਤੇ ਕਾਫੀ ਤੋਲ ਫਟਿਆ ਹੈ। ਇਸ ਤੋਂ ਬਾਅਦ ਪਹਿਲਾ ਮਾਮਲੇ ਦੀ ਜਾਂਚ ਵਾਲੇ ਡੇਵਿਡ ਜੋਹਨਸਟੇਨ ਨੂੰ ਸਪੈਸ਼ਲ ਰਿਪੂਵਮੈਂਟ ਨਿਯੁਕਤ ਕੀਤਾ ਗਿਆ ਸੀ, ਪਰ ਇਸ ਦੀ ਨੁਕਤਾਚੀਨੀ ਹੋਣ ਦੇ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਕੈਨੇਡਾ 'ਚ ਕਾਲਜ ਕੰਪਲੈਕਸ ਅੱਗੇ ਧਰਨਾ ਲਗਾਉਣ ਨੂੰ ਮਜਬੂਰ ਹੋਏ ਪੰਜਾਬੀਆਂ ਨੂੰ ਲੈ ਕੇ ਆਈ ਵੱਡੀ ਖਬਰ। ਭਾਰਤੀ ਅਤੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਦੇ ਸੰਘਰਸ਼ ਦੇ ਇੱਕ ਦਿਨ ਬਾਅਦ ਹੀ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਬਰੈਂਪਟਨ ਨੇੜੇ ਨਾਰਥ ਬੇ ਕਸਬੇ ਦੇ ਨੇੜੇ ਤੇ ਕਾਲਜ ਨੂੰ ਉਸ ਸਥਿਤੀ ਰਿਹਾਇਸ਼ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਆਨਲਾਈਨ ਕਲਾਸਾਂ ਹਾਜ਼ਰੀ ਦੇ ਵਿੱਚ ਢਿੱਲ ਦੇਣ ਦੇ ਨਿਯਮਾਂ ਤੇ ਵਰਕ ਪਰਮਿਟ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਹੋਰ ਮੰਗਾਂ ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ ਸੀ। ਇਸ ਨੂੰ ਦਿੱਤੇ ਗਏ ਸਾਰੇ ਸਬੂਤਾਂ ਦੇ ਧਿਆਨ 'ਚ ਰੱਖਦੇ ਹੋਏ ਵਿਦਿਆਰਥੀਆਂ ਨੇ ਕਾਲਜ ਨੂੰ ਆਪਣਾ ਵਾਅਦਾ ਪੂਰਾ ਕਰਨ ਦੇ ਲਈ 3 ਦਿਨ ਦਾ ਸਮਾਂ ਦਿੱਤਾ। MYSO ਦੇ ਸਮਰਥਨ ਦੇ ਨਾਲ ਮੰਗਲਵਾਰ ਰਾਤ ਨੂੰ ਸ਼ੁਰੂ ਹੋਏ ਧਰਨੇ ਨੂੰ ਦੁਬਾਰਾ ਸ਼ੁਰੂ ਕਰਨਗੇ। ਜ਼ਿਆਦਾਤਰ ਵਿਦਿਆਰਥੀ ਪ੍ਰਾਈਵੇਟ ਰਿਹਾਇਸ਼ ਦੇ ਨਾਲ ਮੋਟਾ ਕਿਰਾਇਆ ਦੇਣ ਤੋਂ ਅਸਮਰਥ ਹਨ, ਜਦੋਂ ਕਿ ਕਾਲਜ ਉਹਨਾਂ ਨੂੰ ਹੋਸਟਲ ਦੇਣ ਦਾ ਵਾਅਦਾ ਪੂਰਾ ਕਰਨ 'ਚ ਅਸਫਲ ਰਿਹਾ ਸੀ। ਕੈਨੇਡਾ ਦੇ ਕਈ ਸਤੰਬਰ ਦੇ ਦਾਖਲੇ ਵਾਲੇ ਵਿਦਿਆਰਥੀ ਰਿਹਾਇਸ਼ ਤੋਂ ਬਿਨਾਂ ਹਨ। MYSO ਦੇ ਨੁਮਾਇੰਦਿਆਂ ਖੁਸ਼ਪਾਲ ਗਰੇਵਾਲ ਅਤੇ ਮਨਦੀਪ ਨੇ ਦਾਅਵਾ ਕੀਤਾ ਹੈ ਕਿ ਕਾਲਜ ਦੇ ਕੈਂਪਸ ਵਿੱਚ ਨਿਵਾਸ ਸਮਰੱਥਾ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਹੈ। ਉੱਤਰੀ ਖਾੜੀ ਦੇ ਵਿੱਚ ਬਹੁਤ ਜ਼ਿਆਦਾ ਨਿੱਜੀ ਰਿਹਾਇਸ਼ ਨਹੀਂ ਹੈ, ਪਰ ਇਸ ਦੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। MYSO ਦੇ ਵਿਦਿਆਰਥੀਆਂ ਨੂੰ ਆਪਣੇ ਮੁੱਦਿਆਂ ਦੇ ਹੱਲ ਦੇ ਲਈ ਇਕਜੁੱਟ ਰਹਿਣ ਦੇ ਲਈ ਆਖਿਆ ਗਿਆ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ।
ਕੈਨੇਡਾ 'ਚ ਖਾਲਿਸਤਾਨ ਰੈਫਰੇਂਡਮ ਦੇ ਲਈ ਨਿਰਧਾਰਿਤ ਦੂਸਰਾ ਸਥਾਨ ਵੀ ਵਿਵਾਦ ਦੇ ਵਿੱਚ। ਕੈਨੇਡਾ 'ਚ ਸਰੀ ਦੇ ਸਰਕਾਰੀ ਕਾਲਜ 'ਚ 10 ਸਤੰਬਰ ਨੂੰ ਪ੍ਰਸਤਾਵਿਤ ਖਾਲਿਸਤਾਨ ਰੈਫਰੇਂਡਮ ਦੇ ਰੱਦ ਕੀਤੇ ਜਾਣ ਦੇ ਬਾਅਦ ਖਾਲਿਸਤਾਨ ਅੱਤਵਾਦ ਗੁਰਪੰਤ ਸਿੰਘ ਪੰਨੂ ਉਹਨਾਂ ਦੇ ਗੁਰੂਆਂ ਵੱਲੋਂ ਇਸ ਵਿੱਚ ਨਿਰਧਾਰਿਤ ਕੀਤੇ ਗਏ ਦੂਸਰੇ ਸਥਾਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਸਕੂਲ ਦੇ ਵਿੱਚ ਰੈਫਰੇਂਡਮ ਰੱਦ ਹੋਣ ਤੋਂ ਬਾਅਦ ਇਸ ਦਾ ਸਥਾਨ ਬਦਲ ਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕਰ ਦਿੱਤਾ ਗਿਆ ਸੀ, ਪਰ ਇਹ ਗੁਰਦੁਆਰਾ ਕੈਨੇਡਾ ਦੇ ਡਾਇਰੈਕਟਰ ਆਫ ਚੈਰਿਟੀ ਦੇ ਕੋਲ ਇੱਕ ਚੈਰਿਟੀ ਸੰਸਥਾ ਦੇ ਤੌਰ ਤੇ ਰਜਿਸਟਰਡ ਹੈ। ਗੁਰਦੁਆਰਾ ਸਾਹਿਬ ਦੇ ਫੰਡਾਂ ਦਾ ਇਸਤੇਮਾਲ ਗੈਰ ਚੈਰਿਟੀ ਕੰਮਾਂ ਦੇ ਲਈ ਨਹੀਂ ਹੋ ਸਕਦਾ। ਇਸੇ ਨੂੰ ਆਧਾਰ ਬਣਾ ਕੇ ਕੈਨੇਡਾ ਦੇ ਰੇਡੀਓ ਤੇ ਟੀਵੀ ਪੱਤਰਕਾਰ ਜੋਗਿੰਦਰ ਬਾਸੀ ਅਤੇ ਗੁਰਭੇਜ ਸਿੱਧੂ ਨੇ ਡਾਇਰੈਕਟੋਰੇਟ ਆਫ ਚੈਰਿਟੀ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਇਹ ਉਹੀ ਗੁਰਦੁਆਰਾ ਹੈ ਜਿਸ ਦੇ ਬਾਹਰ ਖਾਲਿਸਤਾਨੀ ਟਾਈਗਰ 4 ਦੇ ਮੁਖੀ ਹਰਦੀਪ ਸਿੰਘ ਨਿੱਜਰ ਦਾ 19 ਜੂਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸੇ ਉਪਰੰਤ ਉਹਨਾਂ ਦੇ ਪੋਸਟਰਾਂ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਨਾਲ ਤਲਵਿੰਦਰ ਸਿੰਘ ਦੀ ਫੋਟੋ ਵੀ ਲਗਾਈ ਗਈ ਹੈ, ਜੋ ਕਿ ਇੱਕ ਬੰਬ ਕਾਂਡ ਦਾ ਦੋਸ਼ੀ ਸੀ। ਇਸ ਨੂੰ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜੋਗਿੰਦਰ ਬਾਸੀ ਅਤੇ ਗੁਰਭੇਜ ਸਿੱਧੂ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਕਿ ਰੈਫਰੇਂਡਮ ਚੈਰਿਟੀ ਦੀ ਗਤੀਵਿਧੀ ਨਹੀਂ ਹੈ, ਇਹ ਕਿਸੇ ਦੇਸ਼ ਦੀ ਪ੍ਰਭੂ ਸੱਤਾ ਦੇ ਮਾਮਲੇ 'ਚ ਸਿੱਧਾ ਦਖਲ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਅਮਰੀਕਾ 'ਚ 60 ਕਰੋੜ ਡਾਲਰ ਦੇ ਗੈਰ ਕਾਨੂੰਨੀ ਲੈਣ ਦੇਣ ਦੇ ਦੋਸ਼ 'ਚ 4 ਭਾਰਤੀਆਂ ਸਣੇ 5 ਗ੍ਰਿਫਤਾਰ। ਅਮਰੀਕਾ ਵਿੱਚ 60 ਕਰੋੜ ਡਾਲਰ ਦੇ ਗੈਰ ਕਾਨੂੰਨੀ ਲੈਣ ਦੇਣ ਦੇ ਦੋਸ਼ਾਂ ਵਿੱਚ 4 ਭਾਰਤੀ ਅਮਰੀਕੀ ਨਾਗਰਿਕਾਂ ਦੇ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕੀ ਆਰਟਨੀ ਫਿਲਿਪ ਆਰ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਭਾਰਤੀ ਅਮਰੀਕੀਆਂ ਵਿੱਚ ਰਾਜ ਵੈਦਿਆ, ਰਾਕੇਸ਼ ਵੈਦਿਆ, ਸ਼੍ਰੇਆ ਵੈਦਿਆ ਅਤੇ ਨੀਲ ਪਟੇਲ ਸ਼ਾਮਿਲ ਹਨ। ਇਹ ਸਾਰੇ ਨਿਊ ਜਰਸੀ ਦੇ ਐਡੀਸ਼ਨ ਦੇ ਵਸਨੀਕ ਹਨ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਵਾਂ ਵਿਅਕਤੀ ਯੂਸਫ ਜੈਫਰ ਦੱਸਿਆ ਜਾਂਦਾ ਹੈ, ਜੋ ਕਿ ਨਿਊਯਾਰਕ ਦੇ ਗ੍ਰੇਟ ਨੇਕ ਇਲਾਕੇ ਦੇ ਵਿੱਚ ਰਹਿਣ ਵਾਲਾ ਹੈ। ਇਨ੍ਹਾਂ ਸਾਰਿਆਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਰਾਜ, ਰਕੇਸ਼, ਸ਼੍ਰੇਆ ਅਤੇ ਨੀਲ ਪਟੇਲ ਨਿਊਯਾਰਕ ਸਿਟੀ ਦੇ ਡਾਇਮੰਡ ਜ਼ਿਲ੍ਹੇ ਦੇ ਵਿੱਚ ਸਾਲ 2019 ਤੋਂ ਕਥਿਤ ਤੌਰ ਤੇ ਹੀਰੇ, ਸੋਨੇ ਅਤੇ ਗਹਿਣਿਆਂ ਦੇ ਨਾਲ ਸੰਬੰਧਿਤ ਕਈ ਕੰਪਨੀਆਂ ਚਲਾ ਰਹੇ ਸਨ। ਸੰਘੀ ਵਕੀਲਾਂ ਨੇ ਦੱਸਿਆ ਹੈ ਕਿ ਜੈਫਰ ਨਿਊਯਾਰਕ ਦੇ ਰੇਡੀਓ ਸਮੇਤ ਡਾਇਮੰਡ ਜ਼ਿਲ੍ਹੇ ਦੀ ਕਈ ਕੰਪਨੀਆਂ ਚਲਾ ਰਹੇ ਸੀ। ਸਰਕਾਰੀ ਵਕੀਲ ਦੇ ਅਨੁਸਾਰ ਇਨ੍ਹਾਂ ਦੋਸ਼ੀਆਂ ਨੇ ਇਨ੍ਹਾਂ ਤੇ ਹੋਰ ਕੰਪਨੀਆਂ ਦੀ ਆੜ ਵਿੱਚ ਗ੍ਰਾਹਕਾਂ ਦੇ ਨਾਲ ਕਰੋੜਾਂ ਡਾਲਰ ਦਾ ਗੈਰ ਕਾਨੂੰਨੀ ਵਿੱਤੀ ਲੈਣ ਦੇਣ ਕੀਤਾ। ਅਦਾਲਤੀ ਦਸਤਾਵੇਜ਼ ਦੇ ਅਨੁਸਾਰ ਇੱਕ ਮੌਕੇ ਉੱਤੇ ਦੋਸ਼ੀਆਂ ਨੂੰ ਇੱਕ ਦਿਨ ਵਿੱਚ ਲੱਖਾਂ ਡਾਲਰ ਦੀ ਨਕਦੀ ਮਿਲੀ। ਇਹਨਾਂ ਦੀ ਕੋਈ ਵੀ ਕੰਪਨੀ ਨਿਊਯਾਰਕ, ਨਿਊ ਜਰਸੀ ਜਾਂ ਫਿਰ ਨੈਟਵਰਕ ਵਿੱਚ ਰਜਿਸਟਰਡ ਨਹੀਂ ਸੀ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਭਾਰਤ ਨੇ ਅਮਰੀਕਾ ਦੇ ਅੱਧ ਦਰਜਨ ਉਤਪਾਦਾਂ ਤੋਂ ਜਵਾਬੀ ਡਿਊਟੀ ਹਟਾਈ। ਭਾਰਤ ਦੇ ਅਮਰੀਕਾ ਦੇ ਲਗਭਗ ਅੱਧ ਦਰਜਨ ਉਤਪਾਦਾਂ ਤੇ 2019 ਚ ਲਗਾਈ ਗਈ ਵਾਧੂ ਡਿਊਟੀ ਹਟਾ ਦਿੱਤੀ ਗਈ ਹੈ। ਅਮਰੀਕਾ ਵੱਲੋਂ ਭਾਰਤ ਦੇ ਕੁਝ ਇਸਪਾਤ ਅਤੇ ਐਲੂਮੀਨੀਅਮ ਉਤਪਾਦਕਾਂ ਤੇ ਟੈਕਸ ਵਧਾਉਣ ਦੇ ਫੈਸਲੇ ਦੇ ਜਵਾਬ 'ਚ ਇਹ ਕਦਮ ਉਠਾਇਆ ਗਿਆ। ਭਾਰਤ ਨੇ 2019 ਚ ਅਮਰੀਕਾ ਦੇ ਇਸ ਕਦਮ ਨੂੰ ਜਵਾਬ ਦੇ ਰੂਪ 'ਚ 28 ਉਤਪਾਦ ਅਤੇ ਇਹ ਡਿਊਟੀ ਲਗਾਈ ਸੀ। ਵਿੱਤ ਮੰਤਰਾਲਿਆ ਦੇ 5 ਸਤੰਬਰ ਦੇ ਨੋਟੀਫਿਕੇਸ਼ਨ 'ਚ ਇਹਨਾਂ ਉਤਪਾਦਾਂ ਤੋਂ ਡਿਊਟੀ ਹਟਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਉਤਪਾਦਾਂ 'ਚ ਛੋਲੇ, ਦਾਲ, ਸੇਬ, ਛਿਲਕੇ ਅਤੇ ਹੋਰਨਾਂ ਚੀਜ਼ਾਂ, ਤਾਜ਼ਾ ਅਖਰੋਟ, ਸਿੱਕੇ ਬਦਾਮ ਦੇ ਨਾਲ ਛਿਲਕੇ ਵਾਲੇ ਬਦਾਮ ਵੀ ਸ਼ਾਮਿਲ ਹਨ। ਭਾਰਤ ਨੇ ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ G20 ਸਿਖਰ ਸੰਮੇਲਨ ਦੇ ਲਈ ਭਾਰਤ ਆਉਣ ਤੋਂ ਪਹਿਲਾਂ ਉਠਾਇਆ ਹੈ। ਬਾਈਡਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੋਪੱਖੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਦੀ ਜੂਨ 'ਚ ਆਰਥਿਕ ਅਮਰੀਕਾ ਯਾਤਰਾ ਤੇ ਦੋਵੇਂ ਦੇਸ਼ਾਂ ਦੇ ਵਿਸ਼ਵ ਵਪਾਰ ਸੰਗਠਨ ਵਿੱਚ 6 ਵਿਵਾਦਾਂ ਨੂੰ ਖਤਮ ਕਰਨ ਅਤੇ ਅਮਰੀਕੀ ਉਤਪਾਦ ਤੇ ਲਗਾਏ ਜਵਾਬੀ ਟ੍ਰੈਫਿਕ ਨੂੰ ਹਟਾਉਣ ਦਾ ਫੈਸਲਾ ਲਿਆ ਸੀ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਪੀਐਮ ਮੋਦੀ ਨੇ ਭਾਰਤ ਏਸ਼ੀਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ 12 ਸੂਤਰੀ ਪ੍ਰਸਤਾਵ ਕੀਤਾ ਪੇਸ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਣਨੀਤਿਕ ਭਾਈਵਾਲ ਨੂੰ ਡੂੰਘਾ ਕਰਨ ਤੇ ਆਤੰਕਵਾਦ ਵਰਗੀਆਂ ਸਮਕਾਲੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਤੋਂ ਇਲਾਵਾ ਡਿਜੀਟਲ ਪਰਿਵਰਤਨ, ਵਪਾਰ ਅਤੇ ਆਰਥਿਕ ਭਾਈਵਾਲ ਵਰਗੇ ਖੇਤਰਾਂ ਵਿੱਚ
ਭਾਰਤ ਏਸ਼ੀਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੀਰਵਾਰ ਨੂੰ 12 ਸੂਤਰੀ ਪ੍ਰਸਤਾਵ ਪੇਸ਼ ਕੀਤਾ। ਪੀਐਮ ਮੋਦੀ ਇੱਥੇ ਇੰਡੋਨੇਸ਼ੀਆ ਦੀ ਰਾਜਧਾਨੀ ਵਿੱਚ 20ਵੇਂ ਏਸ਼ੀਆਈ ਭਾਰਤ ਸੰਮੇਲਨ ਵਿੱਚ ਸ਼ਾਮਿਲ ਹੋਏ। ਏਸ਼ੀਆ ਦੱਖਣ ਪੂਰਬੀ ਏਸ਼ੀਆ ਰਾਸ਼ਟਰਾਂ ਦੀ ਐਸੋਸੀਏਸ਼ਨ ਦੇ ਸਕੱਤਰ ਜਨਰਲ ਕਿਮ ਨੇ ਵੀ ਸੰਮੇਲਨ ਵਿੱਚ ਹਿੱਸਾ ਲਿੱਤਾ। ਭਾਰਤ ਦੇ ਵਿਦੇਸ਼ ਮੰਤਰਾਲਿਆ ਨੇ ਇੱਕ ਬਿਆਨ ਵਿੱਚ ਕਿਹਾ, ਸੰਮੇਲਨ ਵਿੱਚ ਸਮੁੰਦਰੀ ਸਹਿਯੋਗ ਅਤੇ ਭੋਜਨ ਸੁਰੱਖਿਆ ਦੇ 2 ਸਾਂਝੇ ਬਿਆਨ ਵੀ ਸਵੀਕਾਰ ਕੀਤੇ ਗਏ। ਇਸ ਵਿੱਚ ਕਿਹਾ ਗਿਆ ਕਿ ਸਿਖਰ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆ ਭਾਰਤ ਰਣਨੀਤਿਕ ਭਾਈਵਾਲ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨ ਲਈ ਏਸ਼ੀਆ ਭਾਈਵਾਲਾਂ ਦੇ ਨਾਲ ਵਿਆਪਕ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਏਸ਼ੀਅਨ ਦੀ ਕੇਂਦਰਿਤ ਦੀ ਪੁਸ਼ਟੀ ਵੀ ਕੀਤੀ ਅਤੇ ਭਾਰਤ ਦੇ ਹਿੰਦ ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਤੇ ਇੰਡੋ ਪੈਸੀਫਿਕ ਬਾਰੇ ਏਸ਼ੀਆ ਦੀ ਦ੍ਰਿਸ਼ਟੀਕੋਣ ਵਿਚਾਰ ਤਾਲਮੇਲ ਨੂੰ ਉਜਾਗਰ ਕੀਤਾ। ਗੱਲ ਕਰਾਂਗੇ ਅਗਲੀ ਖਬਰ ਬਾਰੇ।